ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖੋਜ ਗੁਰਬਾਣੀ ਦੇ ਅੱਜ ਸ਼ਬਦ ਦੇ ਪ੍ਰੋਗਰਾਮ ਵਿੱਚ ਆਪ ਸਭ ਦਾ ਸਵਾਗਤ ਹੈ ਜੀ ਆਇਆਂ ਨੂੰ। ਅੱਜ ਅਸੀਂ ਇਸ ਪ੍ਰੋਗਰਾਮ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਆਰੰਭ ਤੋਂ ਸ਼ੁਰੂ ਕਰ ਰਹੇ ਹਾਂ। ਸਵਾਉ ਰਲ ਕੇ ਪਹਿਲੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਪੇਸ਼ਾਨੀ, ਜਿਸ ਨੂੰ ਸਿੱਖ ਜਗਤ ਵਿੱਚ ਆਮ ਤੌਰ ਤੇ ਮੂਲ ਮੰਤਰ ਆਖਿਆ ਜਾਂਦਾ ਹੈ, ਉਸ ਦਾ ਉਚਾਰਨ ਕਰੀਏ ਅਤੇ ਉਸ ਤੋਂ ਉਪਰੰਤ ਸੰਖੇਪ ਵਿੱਚ ਇਸ ਦੇ ਅਖਰੀ ਅਰਥ ਅਤੇ ਭਾਵ ਨੂੰ ਸਮਝਣ ਦੀ ਕੋਸ਼ਿਸ਼ ਕਰੀਏ। ਮੂਲ ਮੰਤਰ ਇਸ ਪ੍ਰਕਾਰ ਹੈ ਜੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਗੁਰੂ ਗ੍ਰੰਥ ਸਾਹਿਬ ਜੀ, ਜਿਸ ਨੂੰ ਪੰਚਮ ਪਾਤਸ਼ਾਹ ਨੇ ਪੋਥੀ ਪਰਮੇਸ਼ਰ ਕਾ ਥਾਂ ਕਰਕੇ ਸੰਬੋਧਿਤ ਕੀਤਾ ਹੈ, ਇਸ ਘੋਸ਼ਣਾਕਾਰੀ ਅਤੇ ਬੁਨਿਆਦੀ ਬਿਆਨ ਨਾਲ ਆਰੰਭ ਹੁੰਦਾ ਹੈ। ਸਿੱਖ ਪਰੰਪਰਾ ਵਿੱਚ ਮੂਲ ਮੰਤਰ ਨੂੰ ਗੁਰਬਾਣੀ ਦਾ ਸਾਰ ਜਾਂ ਮੂਲ ਮੰਨਿਆ ਜਾਂਦਾ ਹੈ। ਇਹ ਸਾਡੀ ਮਨੌਤ ਹੈ ਕਿ ਬਾਕੀ ਦੀ ਸਾਰੀ ਬਾਣੀ ਗੁਰੂ ਨਾਨਕ ਜੀ ਪਾਤਸ਼ਾਹ ਦੇ ਇਸ ਮੂਲ ਮੰਤਰ ਦੇ ਆਲੇ ਦੁਆਲੇ ਕੇਂਦਰਿਤ ਹੈ। ਸੋ ਆਓ ਇਸ ਦੇ ਅਰਥਾਂ ਵੱਲ ਚੱਲੀਏ। ਮੂਲ ਮੰਤਰ ਸ਼ੁਰੂ ਹੁੰਦਾ ਹੈ ਇੱਕ ਚਿੰਨ੍ਹ ਦੇ ਨਾਲ, ਜਿਸ ਦਾ ਉਚਾਰਨ ਹੈ ਇੱਕ ਓੰਕਾਰ। ਇੱਕ ਓੰਕਾਰ। ਇੱਕ ਓੰਕਾਰ ਦੀ ਜੋ ਬਣਤਰ ਹੈ, ਪੰਜਾਬੀ ਦੀ ਗਿਣਤੀ ਦੇ ਇੱਕ ਅਤੇ ਗੁਰਮੁਖੀ ਵਰਣਮਾਲਾ ਦੇ ਪਹਿਲੇ ਅੱਖਰ ਊੜੇ ਤੋਂ ਇਹਨਾਂ ਦੋਵਾਂ ਨੂੰ ਜੋੜ ਕੇ ਗੁਰੂ ਬਾਬਾ ਜੀ ਨੇ ਰੂਹਾਨੀਅਤ ਦੀ ਦੁਨੀਆ ਵਿੱਚ ਇੱਕ ਨਵੀਨ ਤੇ ਵਿਲੱਖਣ ਚਿੰਨ੍ਹ ਦਾ ਇਜਾਦ ਕੀਤਾ ਔਰ ਸਾਨੂੰ ਇਹ ਉਸ ਸਦੀਵੀ ਸੱਚ ਦੀ ਹੋਂਦ ਦੇ ਦਰਸ਼ਨ ਕਰਵਾਏ। ਧਿਆਨ ਰਵੇ ਕਿ ਜੋ ਇੱਕ ਵਰਤਿਆ ਹੈ, ਇਹ ਭਾਵੇਂ ਪੰਜਾਬੀ ਗਿਣਤੀ ਦੇ ਅੱਖਰ ਦੇ ਰੂਪ ਵਿੱਚ ਹੈ, ਪਰ ਇਹ ਗਿਣਤੀ ਦਾ ਇੱਕ ਨਹੀਂ, ਕਿਉਂਕਿ ਇੱਕ ਗਿਣਤੀ ਦੇ ਇੱਕ ਵਿੱਚ ਜੋ ਹੈ ਬਾਕੀ ਗਿਣਤੀ ਦੇ ਅੱਖਰਾਂ ਨਾਲ ਹੀ ਸਮਝ ਆ ਸਕਦੀ ਹੈ। ਪਰ ਇਹ ਇੱਕ ਦਾ ਚਿੰਨ੍ਹ ਜੋ ਹੈ, ਗੁਰੂ ਬਾਬੇ ਨੇ ਉਸ ਪਾਰ ਬ੍ਰਹਮ ਪਰਮੇਸ਼ਰ ਵਾਸਤੇ ਹੀ ਵਰਤਿਆ ਹੈ, ਜੋ ਅਸੀਮ ਹੈ, ਨਿਰਾਕਾਰ ਹੈ। ਇਹ ਚਿੰਨ੍ਹ ਸਾਨੂੰ ਦੱਸ ਰਿਹਾ ਹੈ ਕਿ ਇਸ ਇੱਕ ਵਰਗਾ ਹੋਰ ਕੋਈ ਨਹੀਂ, ਯਾਨੀ ਇਸ ਦੀ ਤੁਲਨਾ ਕਿਸੇ ਨਾਲ ਨਹੀਂ ਕੀਤੀ ਜਾ ਸਕਦੀ। ਜਿਵੇਂ ਗਿਣਤੀ ਦੇ ਵਿੱਚ ਤੁਸੀਂ ਇੱਕ ਦੀ ਤੁਲਨਾ ਦੋ ਨਾਲ ਕਰ ਸਕਦੇ ਹੋ, ਰਿਲੇਟਿਵ ਟਰਮਸ ਨੇ, ਇਹਦੀ ਤੁਲਨਾ ਕਿਸੇ ਨਾਲ ਨਹੀਂ ਕੀਤੀ ਜਾ ਸਕਦੀ। ਇਹ ਆਪਣੇ ਆਪ ਵਿੱਚ ਇੱਕ ਸੰਪੂਰਨ ਏਕਤਾ ਹੈ, ਪੂਰਨ ਚੇਤਨਾ ਹੈ। ਸੋ ਇਸ ਚੀਜ਼ ਨੂੰ ਧਿਆਨ 'ਚ ਰੱਖਣਾ ਹੈ ਅਸੀਂ। ਉਸ ਤੋਂ ਬਾਅਦ ਜੋ ਊੜਾ ਇੱਕ ਅੱਖਰ ਦੇ ਅੱਗੇ ਰੱਖਿਆ ਗਿਆ ਹੈ, ਭਾਰਤੀ ਪਰੰਪਰਾ ਦੇ ਵਿੱਚ ਇਸ ਸ਼ਬਦ ਵਾਸਤੇ ਓਮ ਦੇ ਰੂਪ ਵਿੱਚ ਵਰਤਿਆ ਜਾਂਦਾ ਸੀ, ਪਰ ਸਮਾਂ ਪਾ ਕੇ ਇਸ ਨੂੰ 3 ਅੱਖਰਾਂ ਦੇ ਅਰਥ ਵਿੱਚ ਵੀ ਦਿੱਤਾ ਗਿਆ, ਜਿਸ ਤੋਂ ਅਵਤਾਰਵਾਦੀ ਧਾਰਨਾ ਦਾ ਜਨਮ ਹੋਇਆ। ਗੁਰੂ ਜੀ ਨੇ ਊੜੇ ਦੇ ਅੱਗੇ ਏਕਾ ਲਾ ਦਿੱਤਾ। ਇਸ ਏਕਾ ਲਾਉਣ ਦੇ ਨਾਲ ਉਹਨਾਂ ਨੇ ਸਾਰੀ ਅਵਤਾਰਵਾਦੀ ਧਾਰਨਾ ਜੋ ਹੈ, ਉਸ ਨੂੰ ਅਸਵੀਕਾਰ ਕੀਤਾ ਹੈ। ਸੋ ਸਾਡੇ ਵਾਸਤੇ ਊੜਾ ਓਮ ਕੇਵਲ ਸ਼ਬਦ ਜਾਂ ਸ਼ਬਦ ਗੁਰੂ ਦਾ ਸੰਕੇਤਕ ਹੈ। ਅਸੀਂ ਦੇਖਦੇ ਹਾਂ ਕਿ ਇੱਥੇ ਊੜਾ ਜੋ ਹੈ, ਇਹ ਖੁੱਲੇ ਰੂਪ ਵਿੱਚ ਹੈ, ਯਾਨੀ ਇਸ ਦੇ ਉੱਤੇ ਇੱਕ ਖੁੱਲੀ ਲਕੀਰ ਹੈ, ਜੋ ਅੱਖਰ ਦਾ ਤਾਂ ਹਿੱਸਾ ਨਹੀਂ ਹੈ, ਪਰ ਇੱਕ ਰਸ ਹੋਣ ਦਾ ਲਿਖਾਇਕ ਹੈ। ਇਸ ਦੀ ਗੂੰਜ ਕਾਰ ਕਹਿ ਕੇ ਉਚਾਰੀ ਜਾਂਦੀ ਹੈ ਜੀ। ਸੋ ਇੱਕ ਊੜਾ, ਇੱਕ ਉਹਦੇ ਅੱਗੇ ਤੇ ਕਾਰ ਊੜੇ ਦੇ ਉੱਤੇ, ਇਹਨਾਂ ਸਭਨਾਂ ਨੂੰ ਮਿਲਾ ਕੇ ਉਚਾਰਨ ਹੁੰਦਾ ਹੈ ਇੱਕ ਓੰਕਾਰ। ਇੱਕ ਓੰਕਾਰ ਨੂੰ ਇੱਕ ਐਕਸਪ੍ਰੈਸ਼ਨ, ਮਤਲਬ ਹੈ ਕਿ ਇੱਕ ਸਮੀਕਰਨ ਵੀ ਸਮਝਿਆ ਜਾ ਸਕਦਾ ਹੈ। ਇਹਦੇ ਵਿੱਚ ਇੱਕ ਰਿਲੇਸ਼ਨਸ਼ਿਪ ਹੈ। ਉਹ ਕੀ ਹੈ? ਉਹ ਇਹ ਹੈ ਕਿ ਜੋ ਇੱਕ ਹੈ, ਜੋ ਆਪਣੇ ਵਿੱਚ ਹੀ ਸੰਪੂਰਨ ਹੈ,
वो अपना प्रगटावा जो है शब्द राही कर रहा है। ये एक्सप्रैशन जो है एक ओंकार दा चिन्ह सानू दसदा है। भाव ये है कि अकाल पुरख शब्द दे नाल और शब्द दे द्वारा ना केवल संसार की सिरजना ही करता है, बल्कि अपनी सिरजना नाल हमेशा हम कलाम भी हुंदा है। सो ये शब्द जो ऊड़ा जिसका लिखायक है, ये एक बहुत पुराना और धर्म विज्ञानिक संकल्प है। वो इस दी एक अति सूक्ष्म तारा समझो, जो इक्को वेले उस एक विचों निकलिया हुक्म भी है, नाम भी है, अते अपनी सिरजना प्रति स्वय प्रगटावा भी है। पर केवल सिरजना ही नहीं, विसर्जना भी ते पुनर्सिरजना भी शब्द तो ही हुंदी है। एक ओंकार दा चिन्ह ये गल भी सानू दर्शाउंदा है कि ये निर्गुण निराकार भी आप है, सरगुण भी वही है। सतनाम यानी सत दा नाम, इसनू केवल नाम आख्या गया है क्योंकि इस एक नू कोई नाम दिता ही नहीं जा सकता। अगे इस वाल मुड़ फिर आवांगे, पहलों सत दा मतलब थोड़ा जिहा स्पष्ट करिए। गुरबाणी विच सत ਅਤੇ ਨਾਮ ਵੱਖੋ ਵੱਖ ਵੀ ਤੇ ਇਕੱਠੇ ਇੱਕ ਸ਼ਬਦ ਦੇ ਰੂਪ ਵਿੱਚ ਵੀ ਆਉਂਦੇ ਹਨ। ਸਤ ਦਾ ਆਖਰੀ ਅਰਥ ਜੋ ਹੈ ਉਹ ਸੱਚ, ਹਕੀਕਤ, ਰਿਐਲਿਟੀ ਜੋ ਹੈ। ਪਰ ਦੂਸਰਾ ਭਾਵ ਇਸ ਦਾ ਅਸਤਿਤਵ ਵੀ ਹੈ, ਐਗਜ਼ਿਸਟੈਂਸ। ਸੋ ਇੱਥੇ ਅਸੀਂ ਸਤ ਦਾ ਭਾਵ ਜੋ ਹੈ ਉਹ ਹੈ ਐਗਜ਼ਿਸਟੈਂਸ, ਅਸਤਿਤਵ। ਉਸ ਦੇ ਅੱਗੇ ਨਾਮ ਲਗਾ ਕੇ ਸਤ ਦਾ ਨਾਮ ਬਣ ਗਿਆ, क्योंकि सत दे सियारी है। नाम जो है गुरमत दा एक मुढ़ला संकल्प है। इसकी व्याख्या करनी इस छोटे जे पॉडकास्ट विच ते की वैसे भी व्याख्या करनी असंभव है, पर असी एक छोटा जिहा यतन करांगे नाम नू थोड़ा समझण दा। नाम दा आखरी मतलब हुंदा किसी चीज दा सूचक या एक संज्ञा, नाउन, या किसी चीज का तत् ज्ञान देने वाला जो लिखायक हुंदा है, जो सिग्निफाई करता है किसी चीज को। हुण भारतीय विचारधारा दे विच ये मनौत है कि हर वस्तु का नाम अते रूप हुंदा है, पर निराकारी एक दा ते कोई रूप ही नहीं, ना इसका किसी खास रूप नाल कोई संबंध है। सो इसनूं कोई खास नाम नहीं दिता जा सकता। इस करके वो सिर्फ नाम ते नाम ही है। दूसरे पासे सारे रूप उसदे हन, इस करके असी उसदे सैकड़े नाम लैके भी पुकारते हैं। लेकिन इत्थे नाम सिर्फ नाम, सारी रचना का सार या आधार समझा जाना चाहिए एक ओंकार दे विच। बाणी विच नाम दी वरतों कई रूपां विच आई है और इसके कई मतलब इस संदर्भ दे विच, शब्द दे संदर्भ दे विच वेखे जान तां सानूं मिलदे हन। उन्हां विचों नाम जीवन का मनोरथ भी मन्निया गया है, सृष्टि का आधार भी मन्निया गया है, नाम उस एक दी सृजनात्मक शक्ति भी है, नाम आत्म ज्ञान भी है, नाम सुरत भी है, और तुसी जानते ही हो कि असी नाम का अभ्यास या शब्द का अभ्यास भी करते हैं। करता पुरख, करता शब्द का नाम आम मतलब हुंदा है करण वाला। इस लफ्ज का जो मूल है वो आउंदा है कटारी, यानी कट्टण वाली, जो कट सके या वखरा करन दी शक्ति रखे। मूल मंत्र विच इस एक दे वख करन दी शक्ति दा प्रतीक करता है। एक सृजनात्मक सिद्धांत है। इस दे अधीन वो एक ओंकार अपने आप विचों नाम दे राही करता रूप होके सृष्टि की रचना करता है। वो एक घड़न शक्ति है, घड़न शक्ति वाला भी है। पुरख का अर्थ जो है वो आम बोली विच तां पुरुष वास्ते वरतिया जाता है, बंदे वास्ते वरतिया जाता है, पर इत्थे पुरख
ਉਹ ਹੈ ਜੋ ਇੱਕ ਆਪਣੀ ਸ੍ਰਿਸ਼ਟੀ ਦੇ ਵਿੱਚ ਚੇਤਨ ਰੂਪ ਦੇ ਵਿੱਚ ਪੁਰਿਆ ਹੋਇਆ ਹੈ, ਜਿਵੇਂ ਕਿ ਦੁੱਧ ਦੇ ਵਿੱਚ ਘਿਓ ਪੁਰਿਆ ਹੁੰਦਾ ਹੈ। ਨਿਰਭਉ ਨਿਰਵੈਰ। ਨਿਰਭਉ ਦਾ ਅਰਥ ਜਿਸਨੂੰ ਕਿਸੇ ਦਾ ਡਰ ਨਹੀਂ। ਸੋ ਉਹ ਪਰਮੇਸ਼ਰ ਆਪਣੇ ਆਪ ਸੰਪੂਰਨ ਹੋਣ ਕਰਕੇ ਡਰ ਤੋਂ ਮੁਕਤ ਹੈ। ਇਸ ਦਾ ਇੱਕ ਭਾਵ ਇਹ ਵੀ ਹੈ ਕਿ ਸਾਰੀ ਦੀ ਸਾਰੀ ਸ੍ਰਿਸ਼ਟੀ ਉਸ ਦੇ ਭੈ ਵਿੱਚ, ਯਾਨੀ ਉਸ ਦੀ ਮਰਿਆਦਾ ਵਿੱਚ ਚੱਲਦੀ ਹੈ, ਪਰ ਉਸ ਪਰਮੇਸ਼ਰ ਤੇ ਕੋਈ ਲਾਗੂ ਨਹੀਂ ਹੁੰਦੀ, ਮਰਿਆਦਾ ਲਾਗੂ ਨਹੀਂ ਹੁੰਦੀ। ਨਿਰਵੈਰ, ਜਿਸ ਦਾ ਕਿਸੇ ਨਾਲ ਕੋਈ ਵੈਰ ਨਹੀਂ। ਦੂਸਰਾ ਭਾਵ, ਜਿਸ ਦੇ ਅੰਦਰ ਕੋਈ ਵਿਰੋਧਾਭਾਸ ਨਹੀਂ। ਉਹ ਆਪਣੇ ਆਪ ਵਿੱਚ ਇੱਕ ਸੁਰ ਅਤੇ ਸਦਭਾਵਨਾਸ਼ੀਲ ਹੈ। ਅਕਾਲ ਮੂਰਤ। ਕਾਲ ਸ਼ਬਦ ਗੁਰਬਾਣੀ ਦੇ ਵਿੱਚ ਸਮੇਂ ਅਤੇ ਮੌਤ ਲਈ ਵਰਤਿਆ ਗਿਆ ਹੈ, ਔਰ ਇਹਨਾਂ ਦੋਵਾਂ ਦੇ ਵਿੱਚ ਇੱਕ ਸਮਾਨਤਾ ਹੈ। ਅਕਾਲ ਦਾ ਮਤਲਬ ਜੋ ਸਮੇਂ ਅਤੇ ਮੌਤ ਤੋਂ ਰਹਿਤ ਹੈ, ਪਰ ਇਸ ਦਾ ਇਹ ਮਤਲਬ ਨਹੀਂ ਕਿ ਇਸ ਇੱਕ ਦੀ ਕੋਈ ਹੋਂਦ ਨਹੀਂ, ਕੋਈ ਵਜੂਦ ਨਹੀਂ। ਉਹ ਨਾਲ ਦੇ ਨਾਲ ਮੂਰਤ ਵੀ ਹੈ, ਅਤੇ ਉਸ ਦੇ ਦਰਸ਼ਨ ਸਾਨੂੰ ਉਸ ਦੀ ਰਚਨਾ ਵਿੱਚੋਂ ਮਿਲਦੇ ਹਨ। ਅਜੂਨੀ, ਜੋ ਯੋਨੀ ਵਿੱਚੋਂ ਨਹੀਂ ਨਿਕਲਦਾ, ਜਿਸ ਦੇ ਵਜੂਦ ਦਾ ਕੋਈ ਕਾਰਨ ਨਹੀਂ ਦੱਸਿਆ ਜਾ ਸਕਦਾ। ਇਸ ਤੋਂ ਸਾਨੂੰ ਸਿੱਖ ਮਿਲਦੀ ਹੈ ਕਿ ਗੁਰਮਤਿ ਦੇ ਵਿੱਚ ਅਵਤਾਰਵਾਦ ਦੀ ਕੋਈ ਜਗ੍ਹਾ ਨਹੀਂ ਹੈ। ਸੈਭੰਗ, ਸੈਭੰਗ ਜਾਂ ਸਵੈਭੰਗ। ਸਵੈ ਅਤੇ ਭੰਗ ਸ਼ਬਦਾਂ ਦਾ ਮੇਲ ਹੈ। ਉਸ ਇੱਕ ਦੇ ਅੰਦਰ ਆਪਣੇ ਆਪ ਨੂੰ ਭੰਗ ਕਰਨ ਦੀ ਵੀ, ਜਾਂ ਤੋੜਨ ਦੀ ਵੀ, ਜਾਂ ਕੱਟਣ ਦੀ ਵੀ ਸ਼ਕਤੀ ਹੈ। ਉਹ ਸਵੈ ਭੰਗ ਹੈ। ਉਹ ਆਪਣੇ ਆਪ ਨੂੰ ਤੋੜ ਸਕਦਾ ਹੈ, ਕਿਉਂਕਿ ਉਹਦੇ ਵਿੱਚ ਸਾਰੀਆਂ ਸ਼ਕਤੀਆਂ ਮੌਜੂਦ ਹਨ। ਗੁਰ ਪ੍ਰਸਾਦ। ਗੁਰ ਦਾ ਅਰਥ ਇੱਕ ਟੈਕਨੀਕ ਜਾਂ ਤਰੀਕਾ ਵੀ ਹੋ ਸਕਦਾ ਹੈ, ਕਿਸੇ ਚੀਜ਼ ਦਾ ਗੁਰ ਹੋਣਾ। ਦੂਸਰਾ ਅਰਥ ਅਗਿਆਨਤਾ ਨੂੰ ਦੂਰ ਕਰਨ ਵਾਲਾ ਗਿਆਨ। ਗੁਰਬਾਣੀ ਦੇ ਅੰਦਰ ਅਕਸਰ ਇਹ ਦੂਸਰਾ ਮਤਲਬ ਸਾਨੂੰ ਮਿਲਦਾ ਹੈ, ਗਿਆਨ ਦੇ ਰੂਪ ਵਿੱਚ। ਪ੍ਰਸਾਦ ਉਸ ਦੀ ਕਿਰਪਾ, ਯਾਨੀ ਕਿ ਉਸ ਪਰਮੇਸ਼ਰ ਦਾ ਸੱਚਾ ਦਰਸ਼ਨ ਉਸ ਦੇ ਗੁਰੂ ਰੂਪ, ਗਿਆਨ ਰੂਪ ਦੇ ਰਾਹੀਂ ਮਿਲਦਾ ਹੈ, ਉਸ ਦੀ ਕਿਰਪਾ ਦੁਆਰਾ। ਉਸ ਕਿਰਪਾ ਦੇ ਪਾਤਰ ਬਣਨ ਵਾਸਤੇ, ਉਹ ਜਾਚ ਸਿਖਲਾਉਣ ਵਾਸਤੇ ਗੁਰੂ ਬਾਬਾ ਜੀ ਨੇ ਅੱਗੇ ਜਾ ਕੇ ਜਪ ਬਾਣੀ ਦਾ ਉਚਾਰਨ ਕੀਤਾ, ਜੋ ਕਿ ਅਸੀਂ ਇਸ ਤੋਂ ਬਾਅਦ ਵਿਚਾਰਾਂਗੇ। ਸੋ ਇਹ ਸੀ ਜੀ ਸੰਖੇਪ ਵਿੱਚ ਮੂਲ ਮੰਤਰ ਦੀ ਵਿਆਖਿਆ। ਭੁੱਲ ਚੁੱਕ ਦੀ ਅਸੀਂ ਗੁਰੂ ਕੋਲੋਂ ਅਤੇ ਸੰਗਤ ਪਾਸੋਂ ਖਿਮਾ ਦੇ ਜਾਚਕ ਹਾਂ ਜੀ।